हाँ जी, ਜਿਹੜਾ ਆਪਣਾ ਕਲਾਇੰਟ ਸਾਈਡ ਸਕ੍ਰਿਪਟਿੰਗ ਲੈਂਗੁਏਜ ਸੀਗੀ ਉਹ ਆਪਣੀ ਕੰਪਲੀਟ ਹੋ ਗਈ। ਮੀਨਸ ਕਿ ਆਪਾਂ ਜਾਵਾ ਸਕ੍ਰਿਪਟ ਕਰ ਲਈ, jQuery ਕਰ ਲਈ, ਅਜੈਕਸ ਕਰ ਲਿਆ, ਜਿਹੜਾ ਕਲਾਇੰਟ ਸਾਈਡ ਸਕ੍ਰਿਪਟਿੰਗ ਲਈ ਆਪਾਂ ਯੂਜ਼ ਕਰਦੇ ਸੀਗੇ। ਹੁਣ ਆਪਣੀ ਸਟਾਰਟ ਹੋ ਰਹੀ ਹੈ ਅੱਜ ਤੋਂ ਜੀ ਸਰਵਰ ਸਾਈਡ ਸਕ੍ਰਿਪਟਿੰਗ। ਕਿ ਕਲਾਇੰਟ ਸਾਈਡ ਸਕ੍ਰਿਪਟਿੰਗ ਸੀ ਕਿ ਆਪਾਂ ਸਿਰਫ ਵੈੱਬ ਪੇਜ ਦਾ ਜਾਂ ਵੈੱਬ ਫਾਰਮ ਦਾ ਡਿਜ਼ਾਇਨ ਤਿਆਰ ਕਰਦੇ ਸੀ। ਸਰਵਰ ਸਾਈਡ ਸਕ੍ਰਿਪਟਿੰਗ ਹੈ ਕਿ ਜਿਹੜਾ ਆਪਣਾ ਵੈੱਬ ਫਾਰਮ ਐਕਚੁਅਲੀ ਐਕਸ਼ਨ ਪਰਫੋਰਮ ਕਰੂਗਾ, ਜਿਵੇਂ ਡੇਟਾ ਜਾ ਕੇ ਡੇਟਾਬੇਸ ਦੇ ਵਿੱਚ ਸਟੋਰ ਹੋਊਗਾ, ਡੇਟਾਬੇਸ ਨਾਲ ਸਾਰੀ ਕਨੈਕਟੀਵਿਟੀ ਹੋਊਗੀ, ਉਹ ਸਾਰਾ ਪ੍ਰੋਸੈਸ ਜਿਹੜਾ ਬੈਕ ਐਂਡ 'ਤੇ ਚੱਲੂਗਾ ਉਹ ਆਪਾਂ PHP ਲੈਂਗੁਏਜ ਨਾਲ ਕਰਾਂਗੇ। ਤਾਂ ਆਪਾਂ ਸਰਵਰ ਸਾਈਡ ਸਕ੍ਰਿਪਟਿੰਗ ਤੋਂ ਸਟਾਰਟ ਕਰ ਰਹੇ ਹਾਂ। PHP ਇਜ਼ ਵਾਈਡਲੀ ਯੂਜ਼ਡ ਓਪਨ ਸੋਰਸ ਸਰਵਰ ਸਾਈਡ ਸਕ੍ਰਿਪਟਿੰਗ ਲੈਂਗੁਏਜ ਹੈ। ਮਤਲਬ ਅੱਜ ਕੱਲ੍ਹ ਜਿਹੜੀ ਮੋਸਟਲੀ ਯੂਜ਼ ਹੋ ਰਹੀ ਹੈ ਸਰਵਰ ਸਾਈਡ ਸਕ੍ਰਿਪਟਿੰਗ ਉਹ PHP ਹੈ ਐਂਡ ਇੱਕ ਜਾਵਾ, ਦੋ ਹੀ ਹੋ ਰਹੀ ਹੈ। ਬਟ ਮੋਸਟਲੀ ਹੈ ਜਿਹੜੀ ਆਪਾਂ PHP ਪ੍ਰੈਫਰ ਕਰਦੇ ਹਾਂ, ਕਿਉਂਕਿ ਜਾਵਾ ਦੇ ਕੰਪੈਰੀਜ਼ਨ ਦੇ ਵਿੱਚ PHP ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ, ਜ਼ਿਆਦਾ ਇਹਨੂੰ ਥੋੜ੍ਹਾ ਜਿਹਾ ਸਮਝਣਾ ਈਜ਼ੀ ਹੈ। PHP ਦੀ ਫੁੱਲ ਫੋਰਮ ਹੈ ਜੀ PHP ਹਾਈਪਰ ਟੈਕਸਟ ਪ੍ਰੋਸੈਸਰ। ਤਾਂ ਇਹਦੇ ਵਿੱਚ ਕੁਛ ਕੁ ਕਨਫਿਊਜ਼ਨ ਇਹ ਹੈ ਕਿ ਜਿਹੜਾ ਅਕਰੋਨੀਅਮ ਹੈ, PHP ਇੱਕ ਅਕਰੋਨੀਅਮ ਹੈ, ਐਬਰੀਵੇਸ਼ਨ ਹੈ, ਉਹ ਫੁੱਲ ਫੋਰਮ ਦੇ ਵਿੱਚ ਵੀ ਇੱਕ ਐਬਰੀਵੇਸ਼ਨ ਹੀ ਆ ਜਾਂਦੀ ਹੈ, ਇਹਨੂੰ ਕਹਿੰਦੇ ਰਿਕਰਸਿਵ ਅਕਰੋਨੀਅਮ। PHP ਫਾਈਲ ਦੇ ਵਿੱਚ ਇਕੱਲੀ PHP ਜਿਹੜੀ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਦੱਸਿਆ ਕਿ ਇਕੱਲੀ PHP ਆਪਾਂ ਯੂਜ਼ ਨਹੀਂ ਕਰ ਸਕਦੇ, ਕਿਉਂਕਿ ਇਹ ਸਿਰਫ ਸਰਵਰ ਸਾਈਡ ਸਕ੍ਰਿਪਟਿੰਗ ਹੈ। ਇਹ ਇਹਦੇ ਨਾਲ ਆਪਾਂ ਨੂੰ HTML CSS ਜਾਵਾ ਸਕ੍ਰਿਪਟਿੰਗ jQuery ਅਜੈਕਸ ਇੱਦਾਂ ਦੀਆਂ ਚੀਜ਼ਾਂ ਯੂਜ਼ ਕਰਨੀਆਂ ਪੈਣਗੀਆਂ PHP ਦੇ ਕੋਡ ਨਾਲ, ਫਿਰ ਹੀ ਮਿਲ ਕੇ ਜਿਹੜੀ ਆਪਾਂ ਕਲਾਇੰਟ ਸਾਈਡ ਸਕ੍ਰਿਪਟਿੰਗ ਅਤੇ ਸਰਵਰ ਸਾਈਡ ਸਕ੍ਰਿਪਟਿੰਗ ਦੋਨੋਂ ਪੋਸੀਬਲ ਹੋ ਸਕਦੀਆਂ। ਤਾਂ PHP ਫਾਈਲ ਦੀ ਐਕਸਟੈਂਸ਼ਨ ਕੀ ਹੈ .php, ਕਿ ਜਦੋਂ PHP ਫਾਈਲ ਨੂੰ ਆਪਾਂ ਸੇਵ ਕਰਾਂਗੇ ਤਾਂ ਉਹਦਾ ਨੇਮ ਲਿਖ ਕੇ .php ਨਾਲ ਉਹਦੀ ਐਕਸਟੈਂਸ਼ਨ ਯੂਜ਼ ਕਰਾਂਗੇ। PHP ਡਿਵੈਲਪ ਕੀਤੀ ਸੀਗੀ ਜੀ ਰੈਸਮਸ ਲੈਡੋਫ ਇਨ 1994 1994 ਦੇ ਵਿੱਚ ਰੈਸਮਸ ਲੈਡਫੋਰਡ ਨੇ ਇਹਨੂੰ ਕੀਤਾ ਸੀਗਾ, ਡਿਵੈਲਪ ਕੀਤਾ ਸੀਗਾ। ਇਹ ਇੱਕ ਓਪਨ ਸੋਰਸ ਹੈ। ਇਹਨੂੰ ਇੱਕ ਓਪਨ ਸੋਰਸ ਕਿਉਂ ਕਿਹਾ ਗਿਆ, ਕਿਉਂਕਿ ਇਹ ਬਾਕੀ ਲੈਂਗੁਏਜ ਦੇ ਨਾਲ ਮਿਲ ਕੇ, ਜਿਵੇਂ HTML ਹੈ, CSS ਹੈ, ਜਾਵਾ ਸਕ੍ਰਿਪਟ ਹੈ, ਇਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ। ਤਾਂ ਆਪਾਂ ਇਹਨੂੰ ਡਾਊਨਲੋਡ ਕਰਨ ਲਈ ਆਪਾਂ ਇਹਦਾ ਰਿਸੋਰਸ ਕੀ ਹੈ www.php.net ਇਹਦਾ ਰਿਸੋਰਸ ਹੈ ਜਿੱਥੋਂ ਆਪਾਂ ਇਹਨੂੰ ਡਾਊਨਲੋਡ ਕਰ ਸਕਦੇ ਹਾਂ। PHP ਕਹਿੰਦੇ ਕਰੋਨੀਅਮ, ਕਹਿੰਦੇ ਓਰੀਜਨਲੀ ਇਹਦੇ ਕਰੋਨੀਅਮ ਮਤਲਬ ਫੁੱਲ ਫੋਰਮ ਕੀ ਸੀ ਪਰਸਨਲ ਹੋਮ ਪੇਜ, ਬਟ ਨਾਓ ਇਟ ਇਜ਼ ਰਿਕਰਸਿਵ। ਪਹਿਲਾਂ ਪਰਸਨਲ ਹੋਮ ਪੇਜ ਇਹਦਾ ਫੁੱਲ ਫੋਰਮ ਸੀ, ਪਰ ਹੁਣ ਆਪਾਂ ਇਹਨੂੰ ਪਰਸਨਲ ਹੋਮ ਪੇਜ ਹਾਈਪਰ ਟੈਕਸਟ ਪ੍ਰੋਸੈਸਰ ਕਹਿੰਦੇ ਹਾਂ। PHP ਕਿਵੇਂ ਕੰਮ ਕਰਦੀ ਹੈ ਦੇਖੋ, ਇਹ ਡਾਇਗਰਾਮ ਤੋਂ ਪ੍ਰੋਪਰ ਸ਼ੋ ਹੋ ਰਿਹਾ। ਜਿਹੜੇ ਡਾਇਗਰਾਮਸ ਹੈ ਇਹਨਾਂ ਨੂੰ ਹੀ ਐਕਸਪਲੇਨ ਕੀਤਾ ਗਿਆ। ਆਪਾਂ ਇੱਕ ਕਲਾਇੰਟ ਹੈ ਆਪਾਂ ਕਲਾਇੰਟ ਹੈ, ਕਲਾਇੰਟ ਨੇ ਕੀ ਕਿਹਾ ਹੈਲੋ ਸਰਵਰ ਆਈ ਵੁੱਡ ਟੂ ਸੀ HTML ਪੇਜ। ਜਦੋਂ ਕਲਾਇੰਟ ਨੇ ਰਿਕੁਐਸਟ ਕੀਤੀ ਕਿ ਮੈਨੂੰ ਇੱਕ HTML ਪੇਜ ਚਾਹੀਦਾ, ਤਾਂ ਸਰਵਰ ਨੇ ਸੋਚਿਆ HTML ਪੇਜਸ ਆਰ ਈਜ਼ੀ ਆਈ ਜਸਟ ਪਾਸ ਦੈਮ ਅਲੋਂਗ, ਕਿ ਸੌਖੀ ਚੀਜ਼ ਹੈ, HTML ਪੇਜ ਹੈ, ਪਾਸ ਕਰਦਾ। ਤਾਂ ਉਹਨੇ ਕੀ ਕਿਹਾ ਹੈਲੋ ਕਲਾਇੰਟ ਹੀਅਰਸ ਹੈ HTML ਪੇਜ, ਮਤਲਬ ਕਿ HTML ਪੇਜ ਨੂੰ ਉਹ ਜਿਹੜਾ ਡਾਇਰੈਕਟ ਆਪਾਂ ਨੂੰ ਸੈਂਡ ਕਰ ਦਿੰਦਾ। ਬਟ ਵੈਨ ਐਵਰ the client said hello server now I would like to see a PHP page, that time server thinks I need to read PHP pages and do tasks before I send। ਤਾਂ PHP pages ਨੂੰ ਰੀਡ ਕਰਦਾ ਅਤੇ ਸੈਂਡ ਕਰਨ ਤੋਂ ਪਹਿਲਾਂ ਕੁਛ ਕੁ ਟਾਸਕ ਪਰਫੋਰਮ ਕਰਦਾ। ਫਿਰ ਉਹ ਜਿਹੜਾ ਕਲਾਇੰਟ ਨੂੰ ਰਿਪਲਾਈ ਕਰਦਾ ਹੈਲੋ ਕਲਾਇੰਟ ਜਸਟ ਅ ਸੈਕਿੰਡ ਆਈ ਨੀਡ ਟੂ ਡੂ ਸਮ ਵਰਕ ਹੇਅਰ ਯੂ ਆਰ ਆਈ ਸੈਂਡ ਇਟ ਇਨ ਦਾ HTML ਫੋਰਮ। ਤਾਂ ਫਿਰ ਉਹਨੂੰ ਕੀ ਹੈ ਜਿਹੜਾ PHP ਲੈਂਗੁਏਜ ਹੈ, PHP ਡਾਟਾ ਉਹਨੂੰ HTML ਫੋਰਮ ਦੇ ਵਿੱਚ ਕਨਵਰਟ ਕਰਕੇ ਆਪਾਂ ਨੂੰ ਸੈਂਡ ਕਰਦਾ, ਕਿਉਂਕਿ ਕਲਾਇੰਟ ਨੂੰ PHP ਜਿਹੜਾ ਫਾਈਲ ਹੈ ਉਹਦੇ ਨਾਲ ਉਹਨੂੰ ਉਹਦਾ ਕੰਮ ਨਹੀਂ ਹੋ ਸਕਦਾ, ਉਹਨੂੰ HTML ਫਾਈਲ ਚਾਹੀਦੀ ਹੈ, ਕਿਉਂਕਿ HTML ਜਿਹੜਾ ਆਪਾਂ ਨੂੰ ਫਰੰਟ ਐਂਡ ਕੋਡਿੰਗ ਹੁੰਦੀ ਹੈ ਸਾਰੀ HTML ਦੇ ਵਿੱਚ ਹੁੰਦੀ ਹੈ। ਤਾਂ ਕਰਕੇ PHP ਜਿਹੜਾ ਡਾਟਾ ਉਹਨੂੰ HTML ਫੋਰਮ ਦੇ ਵਿੱਚ ਕਨਵਰਟ ਕਰਕੇ ਆਪਾਂ ਨੂੰ ਸੈਂਡ ਕੀਤਾ ਜਾਂਦਾ। ਨੈਕਸਟ ਹੈ ਜੀ ਫੀਚਰਸ ਆਫ PHP ਈਜ਼ੀ ਟੂ ਲਰਨ ਐਂਡ ਰਨਸ ਐਫੀਸ਼ੀਐਂਟਲੀ ਔਨ ਦਾ ਸਰਵਰ। ਇਹਨੂੰ ਸਭ ਤੋਂ ਸੌਖੀ ਲੈਂਗੁਏਜ ਹੈ ਅਤੇ ਸਰਵਰ 'ਤੇ ਰਨ ਕਰਨੀ ਸੌਖੀ ਹੈ। PHP ਕੋਡ ਐਗਜ਼ੀਕਿਊਟ ਔਨ ਸਰਵਰ ਦਾ ਰਿਜ਼ਲਟ ਇਜ਼ ਰਿਟਰਨਡ ਟੂ ਦਾ ਬਰਾਊਜ਼ਰ ਐਜ਼ ਪਲੇਨ HTML। ਤਾਂ ਜਿਹੜਾ PHP ਦਾ ਕੋਡ ਹੈ ਸਰਵਰ 'ਤੇ ਐਗਜ਼ੀਕਿਊਟ ਹੁੰਦਾ ਤਾਂ ਆਪਾਂ ਨੂੰ ਰਿਜ਼ਲਟ ਕਾਹਦੇ ਵਿੱਚ ਮਿਲਦਾ HTML, ਪਲੇਨ HTML ਦੇ ਵਿੱਚ ਮਿਲਦਾ। PHP ਨੂੰ ਵਿੱਚ ਫਾਈਲਸ ਨੂੰ ਕ੍ਰੀਏਟ ਕਰਨਾ, ਓਪਨ ਕਰਨਾ, ਰੀਡ ਕਰਨਾ, ਰਾਈਟ ਕਰਨਾ, ਕਲੋਜ਼ ਕਰਨਾ ਬਹੁਤ ਈਜ਼ੀ ਹੈ। PHP ਜਿਹੜੀ ਫਰੀ ਹੁੰਦੀ ਹੈ ਡਾਊਨਲੋਡ ਕਰ ਸਕਦੇ ਆਪਾਂ, ਯੂਜ਼ ਕਰਨ ਲਈ ਫਰੀ ਹੈ।
कोई अपन कॉस्ट नहीं पे करनी पैंदी। PHP ਦੇ ਵਿੱਚ ਮਲਟੀਪਲ ਪਲੇਟਫਾਰਮ ਹੁੰਦੇ ਆ, ਮਤਲਬ ਇਹ ਵਿੰਡੋਜ਼ ਨੂੰ ਵੀ ਸਪੋਰਟ ਕਰਦਾ, ਲਾਈਨੈਕਸ ਨੂੰ ਵੀ ਕਰਦਾ, ਯੂਨਿਕਸ ਨੂੰ ਵੀ ਕਰਦਾ, ਮੈਕਿਨਟੋਸ਼ ਨੂੰ ਵੀ ਕਰਦਾ, ਸਭ ਨੂੰ ਕਰਦਾ। PHP ਜਿਹੜੀ ਵਾਈਡਲੀ ਯੂਜ਼ਡ ਹੈ, ਫਰੀ ਹੈ, ਐਫੀਸ਼ੀਐਂਟ ਅਲਟਰਨੇਟਿਵ ਹੈ ਕੰਪੀਟੀਟਰਸ ਦੇ ਨਾਲ। PHP ਕੈਨ ਹੈਂਡਲ ਫੋਰਮਸ, ਯੂ ਕੈਨ ਯੂਜ਼ PHP ਟੂ ਕਲੈਕਟ ਫੋਰਮ ਡੇਟਾ, ਮਤਲਬ ਇਹ PHP ਦੇ ਵਿੱਚ ਆਪਾਂ ਫੋਰਮਸ ਵੀ ਬਣਾ ਸਕਦੇ ਤਾਂ ਆਪਾਂ ਇਹਨੂੰ ਡਾਟਾ ਕਲੈਕਟ ਕਰਨ ਲਈ ਵੀ ਯੂਜ਼ ਕਰ ਸਕਦੇ ਹਾਂ। PHP ਕੈਨ ਰਿਸਟ੍ਰਿਕਟ ਯੂਜ਼ਰਸ ਟੂ ਐਕਸੈਸ ਸਮ ਪੇਜਸ ਔਨ ਯੂਅਰ ਵੈਬਸਾਈਟ, ਕੁਛ ਕੁ ਵੈਬਸਾਈਟਸ ਦੇ ਆਪਣੇ ਪੇਜਸ ਨੂੰ ਐਕਸੈਸ ਕਰਨ ਤੋਂ ਰੈਸਟਰੀਗੇਟ ਕਰਦੀ ਹੈ, ਮਤਲਬ ਰਿਸਟ੍ਰਿਕਟ ਕਰਦੀ ਹੈ, ਮਤਲਬ ਪ੍ਰੀਵੈਂਟ ਕਰਦੀ ਹੈ, ਰੋਕ ਕੇ ਰੱਖਦੀ ਹੈ। PHP is used to manage dynamic content database, session tracking, even building entire e-commerce sites। ਤਾਂ PHP ਦੇ ਵਿੱਚ ਜਿਹੜਾ ਵਾਈਡ ਰੇਂਜ ਆਫ ਡੇਟਾਬੇਸ ਨੂੰ ਸਪੋਰਟ ਕਰਦੀ ਹੈ ਕਿ ਆਪਣੇ ਕੋਲ ਮੰਨ ਲਓ ਡੇਟਾਬੇਸ ਕਾਫੀ ਜ਼ਿਆਦਾ ਹੈ, ਵਾਸਟ ਹੈ, ਤਾਂ ਉਸ ਚੀਜ਼ ਨੂੰ ਜਿਹੜੇ PHP ਸਪੋਰਟ ਕਰਦੀ ਹੈ। ਅਤੇ ਇਹਦੇ ਵਿੱਚ ਕਿਹੜੇ ਕਿਹੜੇ ਡੇਟਾਬੇਸ ਆਪਾਂ ਯੂਜ਼ ਕਰ ਸਕਦੇ ਹਾਂ? ਮਾਈਸੀਕੁਅਲ ਕਰ ਸਕਦੇ ਹਾਂ, ਓਰੈਕਲ ਕਰ ਸਕਦੇ ਹਾਂ, ਸਾਈਬੇਸ ਕਰ ਸਕਦੇ ਹਾਂ, ਮਾਈਕਰੋਸੋਫਟ ਸੀਕੁਅਲ ਸਰਵਰ ਕਰ ਸਕਦੇ ਹਾਂ। PHP support a large number of major protocols। PHP can encrypt data। encrypt ਕੀ ਹੈ ਕਿ ਡੇਟਾ ਨੂੰ ਹਾਈਡ ਕਰਕੇ ਜਾਂ ਡੇਟਾ ਨੂੰ ਚੇਂਜ ਕਰਕੇ ਯੂਜ਼ ਕੀਤਾ ਜਾਂਦਾ ਤਾਂ ਕਿ ਅਨਆਥੋਰਾਈਜ਼ਡ ਪਰਸਨ ਹੈ ਜਿਹੜਾ ਆਪਣੇ ਡੇਟਾ ਨੂੰ ਐਕਸੈਸ ਨਾ ਕਰ ਸਕੇ। ਨੈਕਸਟ ਆ ਜਾਂਦਾ ਜੀ ਆਪਣਾ PHP ਇਨਵਾਇਰਮੈਂਟ। ਕੀ ਆਪਾਂ PHP ਦੇ ਵਿੱਚ ਚੀਜ਼ਾਂ ਚਾਹੀਦੀਆਂ ਆਪਾਂ ਨੂੰ? ਚਾਹੀਦਾ ਸਭ ਤੋਂ ਪਹਿਲਾਂ ਵੈਬ ਸਰਵਰ। ਵੈਬ ਸਰਵਰ ਹੈ ਜਿਹੜਾ ਆਪਣਾ, ਉਹਨੂੰ ਡਾਊਨਲੋਡ ਕਰ ਲਈ ਆਪਾਂ, ਜਿਹੜੀ ਇਹਨਾਂ ਨੇ ਐਬਰੀਵੇਸ਼ਨ ਦਿੱਤੀ ਹੋਈ ਹੈ ਆਪਾਂ ਉੱਥੋਂ ਡਾਊਨਲੋਡ ਕਰ ਸਕਦੇ ਹਾਂ। http://httpd.apache.organization। ਤਾਂ PHP ਲਈ ਆਪਾਂ ਨੂੰ ਕਿਹੜਾ ਸਰਵਰ ਚਾਹੀਦਾ? ਅਪਾਚੇ। ਜ਼ਿਆਦਾਤਰ ਇਹੀ ਯੂਜ਼ ਕੀਤਾ ਜਾਂਦਾ, ਵੈਸੇ ਜ਼ੈਂਪ ਹੁੰਦਾ ਸਰਵਰ, ਜ਼ੈਂਪ ਹੁੰਦਾ ਅਤੇ ਵੈਂਪ ਹੁੰਦਾ, ਕਾਫੀ ਹੁੰਦੇ ਨੇ, ਤਾਂ ਆਪਾਂ ਅਪਾਚੇ ਯੂਜ਼ ਕਰਾਂਗੇ। ਡੇਟਾਬੇਸ ਹੈ ਜਿਹੜਾ, ਡੇਟਾਬੇਸ ਆਪਾਂ ਕੀਤੇ ਅਸੀਂ ਮਾਈਸੀਕੁਅਲ ਕਰ ਸਕਦੇ ਹਾਂ, ਓਰੈਕਲ ਕਰ ਸਕਦੇ ਹਾਂ, ਸਾਈਬੇਸ ਕਰ ਸਕਦੇ ਹਾਂ, ਇਨਫੋਰਮਿਕਸ ਕਰ ਸਕਦੇ ਹਾਂ, ਮਾਈਕਰੋਸੋਫਟ ਸੀਕੁਅਲ ਸਰਵਰ ਕਰ ਸਕਦੇ ਹਾਂ, ਜਿਹੜਾ ਪ੍ਰੋਗਰਾਮਰ ਨੂੰ ਸਹੀ ਲੱਗੀ। PHP ਪਾਰਸਰ। In order to process PHP script instruction, a parser must be installed to generate HTML output। ਪਾਰਸਰ ਕੀ ਹੁੰਦਾ? ਜਿਹੜਾ ਆਪਣਾ HTML PHP ਫਾਈਲ ਹੁੰਦੀ ਆ ਉਹਨੂੰ HTML ਫਾਰਮ ਦੇ ਵਿੱਚ ਕਨਵਰਟ ਕਰਨ ਲਈ ਯੂਜ਼ ਕੀਤਾ ਜਾਂਦਾ। ਤਾਂ PHP ਦੇ ਯੂਜ਼ ਕਰ ਲਈ ਇਹਨਾਂ ਨੇ ਕੀਤਾ। ਇੰਸਟਾਲ ਹੈ ਵੈਬ ਬਰਾਊਜ਼ ਸਰਵਰ ਇੰਸਟਾਲ ਕਰੋ, PHP ਇੰਸਟਾਲ ਕਰੋ ਅਤੇ ਡੇਟਾਬੇਸ ਇੰਸਟਾਲ ਕਰੋ ਜਿਵੇਂ ਕਿ ਮਾਈਸੀਕੁਅਲ ਹੈ। ਨੈਕਸਟ ਇਹਨਾਂ ਨੇ ਆਪਾਂ ਨੂੰ ਵੈਂਪ ਸਰਵਰ ਦਿੱਤਾ। ਵੈਂਪ ਦੀ ਫੁੱਲ ਫਾਰਮ ਹੈ ਜੀ ਵਿੰਡੋਜ਼ ਅਪਾਚੇ ਮਾਈਸੀਕੁਅਲ PHP। ਇਹ ਸਰਵਰ ਹੈ ਜਿਹੜਾ ਵਿੰਡੋਜ਼ ਇਜ਼ ਅ ਵਿੰਡੋਜ਼ ਵੈਬ ਡਿਵੈਲਪਮੈਂਟ ਇਨਵਾਇਰਮੈਂਟ। ਇਟ ਅਲਾਉਜ਼ ਯੂ ਟੂ ਕ੍ਰੀਏਟ ਅ ਡਾਇਨਾਮਿਕ ਵੈਬ ਐਪਲੀਕੇਸ਼ਨ। ਆਪਾਂ ਕੋਈ ਵੀ ਵੈਬ ਐਪਲੀਕੇਸ਼ਨ ਬਣਾ ਸਕਦੇ ਹਾਂ ਵਿਦ ਅਪਾਚੇ 2 ਐਂਡ PHP ਐਂਡ ਮਾਈਸੀਕੁਅਲ ਡੇਟਾਬੇਸ। ਸਰਵਰ ਅਪਾਚੇ 2 ਲਵਾਂਗੇ, PHP ਲੈਂਗੁਏਜ ਲਵਾਂਗੇ ਅਤੇ ਡੇਟਾਬੇਸ ਜਿਹੜਾ ਆਪਣਾ ਮਾਈਸੀਕੁਅਲ ਹੋਵੇਗਾ। ਤਾਂ ਵੈਂਪ ਨੂੰ ਇੰਸਟਾਲ ਕਰਨਾ ਅਤੇ ਯੂਜ਼ ਕਰਨ ਦਾ ਤਰੀਕਾ ਦੱਸਿਆ। ਇੰਸਟਾਲ ਕਰ ਲਈ, ਡਾਊਨਲੋਡ ਕਰਾਂਗੇ ਆਪਾਂ ਜਿਹੜਾ ਇਹਨਾਂ ਨੇ ਲਿੰਕ ਦਿੱਤਾ ਹੋਇਆ ਇਸ ਤੋਂ। ਫਿਰ ਆਪਾਂ ਜਿਹੜਾ ਡਬਲ ਕਲਿੱਕ ਕਰਾਂਗੇ ਡਾਊਨਲੋਡ ਫਾਈਲ 'ਤੇ ਜਸਟ ਫੋਲੋ ਦ ਇੰਸਟਰਕਸ਼ਨ ਅਤੇ ਉਹਨੂੰ ਇੰਸਟਾਲ ਕਰਾਂਗੇ ਅਤੇ ਮਾਈਸੀਕੁਅਲ ਨੂੰ ਆਪਾਂ ਇੰਸਟਾਲ ਕਰਾਂਗੇ, ਮਾਈਸੀਕੁਅਲ ਦੇ ਸੋਫਟਵੇਅਰ ਨੂੰ। ਫਿਰ ਯੂਜ਼ ਕਰਨ ਦਾ ਕੀ ਤਰੀਕਾ? ਵੰਸ ਵੈਂਪ ਸਰਵਰ ਇਜ਼ ਇੰਸਟਾਲਡ ਦਾ www ਡਾਇਰੈਕਟਰੀ ਵਿਲ ਵੀ ਆਟੋਮੈਟਿਕਲੀ ਕ੍ਰੀਏਟਡ। ਜਦੋਂ ਇੱਕ ਵਾਰ ਇੰਸਟਾਲ ਹੋ ਗਿਆ ਤਾਂ www ਡਾਇਰੈਕਟਰੀ ਬਣਦੀ ਹੈ, ਉਹਦੇ ਵਿੱਚ ਆਪਾਂ ਸਬ ਡਾਇਰੈਕਟਰੀ ਬਣਾਵਾਂਗੇ ਅਤੇ ਉਹਦੇ ਵਿੱਚ PHP ਫਾਈਲਸ ਹੈ ਰੱਖਾਂਗੇ। ਅਤੇ ਫਿਰ ਆਪਾਂ ਲੋਕਲ ਹੋਸਟ 'ਤੇ ਕਲਿੱਕ ਕਰਾਂਗੇ ਅਤੇ ਫਿਰ ਲੋਕਲ ਹੋਸਟ 'ਤੇ ਕਰਕੇ ਆਪਾਂ ਨੂੰ ਇੱਕ ਮੈਨੂ ਸ਼ੋ ਹੋਊਗਾ ਬਰਾਊਜ਼ਰ ਦਾ, ਅਤੇ ਉਹਦੇ ਵਿੱਚ ਆਪਾਂ URL 'ਤੇ ਜਾ ਕੇ http://localhost ਅਤੇ ਫਿਰ ਆਪਾਂ ਐਂਟਰ ਪ੍ਰੈਸ ਕਰਾਂਗੇ। PHP ਦਾ ਸਿੰਟੈਕਸ ਕੀ ਹੈ ਕਿ ਕੋਡ ਲਿਖਣ ਲਈ ਆਪਾਂ ਕਿਵੇਂ ਜਿਹੜਾ ਉਹਦਾ ਸਿੰਟੈਕਸ ਲਿਖਦੇ ਹਾਂ, ਇੱਥੇ ਦਿੱਤਾ ਲੈਸ ਦੈਨ ਦਾ ਸਾਈਨ ਹੈ, ਕੁਐਸਚਨ ਮਾਰਕ ਹੈ, PHP ਲਿਖਾਂਗੇ, ਫਿਰ ਅੱਗੇ ਉਹਦਾ ਕੋਡਸ ਲਿਖਿਆ ਜਾਊਗਾ, ਫਿਰ ਕੁਐਸਚਨ ਮਾਰਕ ਦੇ ਗ੍ਰੇਟਰ ਦੈਨ ਦਾ ਸਾਈਨ ਹੈ। ਇਹ ਜਿਹੜਾ ਸਿੰਟੈਕਸ ਹੈ ਇਹ ਤੁਸੀਂ ਚੰਗੀ ਤਰ੍ਹਾਂ ਧਿਆਨ 'ਚ ਰੱਖਿਓ। ਇੰਬੈਡਿੰਗ PHP ਕੋਡ ਇਨ ਵੈਬ ਡਾਕੂਮੈਂਟ। ਵੈਬ ਡਾਕੂਮੈਂਟ ਦੇ ਵਿੱਚ ਆਪਾਂ ਇੱਕ ਪ੍ਰੋਗਰਾਮ ਬਣਾ ਰਹੇ ਹਾਂ ਕਿ ਕਿਵੇਂ ਡਾਕੂਮੈਂਟ ਦੇ ਵਿੱਚ ਇਹ PHP ਯੂਜ਼ ਕਰਦੇ ਹਾਂ ਆਪਾਂ। ਪਹਿਲਾਂ HTML ਸਟਾਰਟ ਹੋਇਆ, ਹੈਡ ਟੈਗ ਸਟਾਰਟ ਹੋਇਆ, ਫਿਰ ਟਾਈਟਲ ਹੋਇਆ ਮਾਈ ਫਸਟ PHP ਪੇਜ, ਟਾਈਟਲ ਬੰਦ ਹੋਇਆ, ਹੈਡ ਬੰਦ ਹੋਇਆ, ਬੋਡੀ ਸਟਾਰਟ ਹੋਈ। ਬੋਡੀ ਦੇ ਵਿੱਚ PHP ਸਟਾਰਟ ਕੀਤਾ। ਤਾਂ ਆਪਾਂ ਜਿਵੇਂ C ਦੇ ਵਿੱਚ ਆਪਾਂ ਪ੍ਰਿੰਟਫ ਲਿਖਦੇ ਸੀਗੇ, C++ ਦੇ ਵਿੱਚ ਆਪਾਂ C ਆਊਟ ਲਿਖ ਦਾਂਗੇ। ਇੱਥੇ ਕੀ ਲਿਖਾਂਗੇ? ECHO, ECHO ਐਕੋ। ਤਾਂ ਡਬਲ ਕੋਲਨਸ ਦੇ ਵਿੱਚ ਹੈਲੋ ਵਰਲਡ,
PHP बंद हुई, बॉडी बंद हुई, तो आपां नूं जिहड़ा सर्वर ते हैलो वर्ड है लिखिया आपां नूं वैब ब्राउज़र ते शो हो गया। नैक्सट है जी PHP कमेंट, सिंगल लाइन कमेंट। जेकर आप सिंगल लाइन का कमेंट देना तो दो तरीके है, डबल स्लैश पा के दिस इज़ अ सिंगल लाइन कमेंट कुछ भी दे सकते हैं, या हैशटैग पा के। जेकर आप मल्टी लाइनस दे विच कमेंट देना तो यदा तरीका हैगा स्लैश स्टार। तो काफ़ी सारिया लाइनस दे विच कमेंट दे सकते हैं। कमेंट की हुंदा कि आपां नूं सिर्फ आपां अपनी अंडरस्टैंडिंग लिए कुछ लिख रहे हैं, बट आपां चाहुंदे कि अपने वैब पेज के उपर वो चीज़ शो ना हो। तो दो तरीके है सिंगल लाइन के भी दो तरीके है, डबल कोड्स डबल लाइनस दे हैश ऑपरेटर यूज़ करके, तो मल्टी लाइनस का हैगा वो भी एक आप तरीका देख लिया। PHP वेरीएबल, तो ਜਿਹੜੇ PHP ਦੇ ਵਿੱਚ ਵੇਰੀਏਬਲ ਆਪਾਂ यूज़ करते हैं उन्होंने किमें डिकलेयर किया जाता, उन्होंने डिकलेयर करने का तरीका हैगा जी डॉलर फिर वेरीएबल नेम इज इक्वल टू वैल्यू। तो वेरीएबल का नेम की होना चाहिए, आ वेरीएबल स्टार्ट्स विद द साइन डॉलर फॉलोड बाय द नेम, कि सब तो पहला वेरीएबल का नेम लिखने लिए साइन लगूगा डॉलर का, तो उस तो बाद वह नेम लिखा जाऊगा। तो जोड़ा नेम है वो या तो लैटर तो या अंडरस्कोर तो स्टार्ट होना चाहिए, कदे भी ये जोड़ा नंबर तो डिजिट तो जोड़ा वेरीएबल का नेम स्टार्ट नहीं हो सकता। वेरीएबल नेम कैन ओनली कंटेन अल्फानुमेरिक करैक्टर एंड अंडरस्कोर, ABC लै सकता, A to Z 0 to 9 तो अंडरस्कोर लै सकता, होर कोई भी स्पैशल सिंबल है नहीं लै सकता। तो वेरीएबल नेम्स है जोड़े केस सेंसिटिव होंगे है, जेकर छोटा वाई या फिर वड्डा वाई लिखांगे तो वह मीनिंग है जी डिफरेंट होएगा। नैक्सट है जी स्कोप ऑफ वेरीएबल, कि अपना वेरीएबल कित्थों तक यूज़ कर सकते, वह स्कोप की है। दो तरह के होंगे लोकल तो ग्लोबल। ग्लोबल वेरीएबल होंगे आ थ्रू आउट द प्रोग्राम आप यूज़ कर सकते हैं। लोकल होंगे जोड़े फंक्शन के डिकलेयर किए गए उस फंक्शन के यूज़ कर सकते हैं, मतलब कि लोकल वेरीएबल का स्कोप घट होंदा, ग्लोबल का ज़्यादा होंदा। ग्लोबल आप पूरे प्रोग्राम के किते भी यूज़ कर सकते हैं, बट लोकल वेरीएबल है जोड़े आप ओनली उस फंक्शन यूज़ कर सकते हैं जोड़े फंक्शन जोड़े वो डिफाइन किए गए डिकलेयर किए गए। प्रोग्राम के देखो जी PHP कोड स्टार्ट होया तो $x इज इक्वल टू 5x वेरीएबल लिया, वो वैल्यू 5 ली, वो ग्लोबल वेरीएबल है। नैक्सट फंक्शन एक लिया आप टैसट, वो y वेरीएबल लिया, वो लोकल वेरीएबल है। तो आप जो सॉरी एको करवाया प्रिंट करवाई चीज़ टैसट वेरीएबल इनसाइड द फंक्शन, एको वेरीएबल x की वैल्यू ली, एक्स देखो ग्लोबल वेरीएबल से उन्होंने इत्थे भी एक्सैस करूँगा, फिर आप टैग दे के y की वेरीएबल ली, टैसट है जोड़ा उन्होंने कॉल किया गया, फिर आप एक्स फिर आप प्रोग्राम तो बाहर है जोड़ा उन्होंने मतलब फंक्शन तो बाहर है जोड़ा आप एको करवाया एक्स तो y, तो आपू जो उपर एक्स जोड़ा आप बाहर एक्सैस y बाहर एक्सैस किया फंक्शन तो उत्थे आपको एरर शो हो गई कि y आप एक्सैस नहीं कर सकते क्योंकि y इज़ अ लोकल वेरीएबल। नैक्सट आ गया जी अपना PHP डेटा टाइप्स। PHP के किहड़ियां डेटा टाइप्स आप यूज़ कर सकते हैं। इंटीजर, जिथे विदाउट डेसीमल पॉइंट तो नंबर होवे उहदे लई आपां इंटीजर यूज़ करांगे। इंटीजर मस्ट हैव एटलीस्ट 1 डिजिट, इंटीजर विच घट्टो घट्ट 0 तो लैके 9 के विचकार 1 डिजिट तो होना ही चाहिए। इंटीजर कैन नॉट कंटेन कॉमा और ब्लैंक्स, कॉमा या ब्लैंक नहीं लै सकते, कोई डेसीमल पॉइंट नहीं लै सकते, तो ये पॉजिटिव तो नैगेटिव दोनों हो सकते हैं। फिर डबल्स आ गया, जो फ्लोटिंग पॉइंट नंबर की होंगी है गल डेसीमल वाले की होंगी तो आप डबल यूज़ करते, ये फ्लोट नहीं होंदा सिर्फ डबल होंदा। वूलीयन है जिहड़े जिथे आपां वैल्यू है ट्रू फॉल्स के स्टैंडर्ड चाहिए है तो आप वूलीयन यूज़ करते हैं। नल है जी स्पैशल टाइप है, ओनली ये वैल्यू जी नल जिथे आप नल वैल्यू शो करनी उत्थे आप नल डेटा टाइप लैने। स्ट्रिंग है जो कलैक्शन ऑफ या सीक्वेंस ऑफ करैक्टर्स होंदा तो इन्होंने डबल कोड्स के लिखते हैं। एरे आप यूज़ कर सकते हैं कलैक्शन ऑफ होमोजीनियस डेटा टाइप, इको डेटा टाइप के जोड़े काफ़ी सारे वेरीएबल्स आप सिंगल नेम अंडर स्टोर करवाने हैं। ऑब्जैक्ट है इंस्टांस ऑफ क्लास, क्लास का एक पार्ट होंदा तो क्लास नूं यूज़ कर ली जो आप ऑब्जैक्ट यूज़ करते हैं। थैंक यू जी।